ਅੰਮ੍ਰਿਤਸਰ 'ਚ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ। ਪ੍ਰਦਰਸ਼ਨ ਦੌਰਾਨ ਦਿਨ ਦਿਹਾੜੇ ਸੂਰੀ ਤੇ ਕੀਤਾ ਗਿਆ ਹਮਲਾ। ਸੁਧੀਰ ਸੂਰੀ ਨੂੰ ਹਮਲਾਵਰ ਨੇ ਨੇੜੇ ਤੋਂ ਮਾਰੀਆਂ ਗੋਲੀਆਂ। ਸੂਰੀ ਤੇ ਦਾਗੇ 5 ਫਾਇਰ। ਪੁਲਿਸ ਨੇ ਹਮਲਾਵਰ ਨੂੰ ਕੀਤਾ ਕਾਬੂ। ਮੁਲਜ਼ਮ ਦੀ ਗੱਡੀ 'ਚੋਂ ਮਿਲੀਆਂ ਕੁਝ ਨਿਊਜ਼ ਕਟਿੰਗਸ। ਸਿੱਖ ਧਰਮ ਵਿਰੋਧੀ ਹੋਈਆਂ ਕਾਰਵਾਈਆਂ ਦਾ ਕਟਿੰਗ ਦੇ ਵਿੱਚ ਜ਼ਿਕਰ। ਰਾਮ ਰਹੀਮ ਸਮੇਤ ਕੁਝ ਨਾਮੀ ਲੋਕਾਂ ਦੀਆਂ ਤਸਵੀਰਾਂ। ਸੂਰੀ ਕਤਲकांड ਤੇ ਬੋਲੇ ਡੀਜੀਪੀ ਗੌਰਵ ਯਾਦਵ। ਕਿਹਾ ਪੁਲਿਸ ਨੇ ਤੁਰੰਤ ਮੁਲਜ਼ਮ ਸੰਦੀਪ ਸਨੀ ਨੂੰ ਕੀਤਾ ਗ੍ਰਿਫਤਾਰ। ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਤੇ ਅਫਵਾਹਾਂ ਤੋਂ ਬਚਣ ਦੀ ਅਪੀਲ। ਸੁਧੀਰ ਸੂਰੀ ਤੇ ਹੋਏ ਹਮਲੇ ਤੋਂ ਬਾਅਦ ਵਿਰੋਧੀ ਧਿਰਾਂ ਨੇ ਘੇਰੀ ਸਰਕਾਰ। ਕਿਹਾ ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਹੋਈ ਫੇਲ। ਆਪ ਦਾ ਜਵਾਬ, ਪੁਲਿਸ ਨੇ ਤੁਰੰਤ ਲਿਆ ਐਕਸ਼ਨ। ਗੰਭੀਰ ਮਸਲਿਆਂ ਤੇ ਨਾ ਹੋਵੇ ਸਿਆਸਤ। ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਸ਼ਿਵ ਸੈਨਾ ਟਕਸਾਲੀ ਨੇ ਪੰਜਾਬ ਬੰਦ ਦਾ ਕੀਤਾ ਐਲਾਨ। ਕੱਲ ਦੇ ਲਈ ਪੰਜਾਬ ਬੰਦ ਦਾ ਸੱਦਾ। ਅੰਮ੍ਰਿਤਸਰ ਦੇ ਵਿੱਚ ਹਸਪਤਾਲ ਦੇ ਬਾਹਰ ਲਗਾਇਆ ਧਰਨਾ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਦਿਨ ਦੀ ਸਭ ਤੋਂ ਵੱਡੀ ਖਬਰ ਲੈ ਕੇ। ਸੁਧੀਰ ਸੂਰੀ ਦਾ ਕਤਲ ਕਰ ਦਿੱਤਾ ਗਿਆ। ਅੰਮ੍ਰਿਤਸਰ ਦੇ ਵਿੱਚ ਇੱਕ ਧਰਨੇ ਦੇ ਉੱਤੇ ਬੈਠੇ ਸੁਧੀਰ ਸੂਰੀ ਦੇ ਉੱਤੇ 5 ਗੋਲੀਆਂ ਦਾਗੀਆਂ ਗਈਆਂ ਤੇ ਉਸ ਦੀ ਮੌਤ ਹੋ ਗਈ। ਸੋ ਅੰਮ੍ਰਿਤਸਰ ਦੇ ਵਿੱਚ ਇਹ ਘਟਨਾ ਵਾਪਰੀ ਹੈ। ਸੁਧੀਰ ਸੂਰੀ ਨੂੰ ਟਾਰਗੇਟ ਕੀਤਾ ਗਿਆ ਔਰ ਟਾਰਗੇਟਡ ਮਰਡਰ ਹੈ ਸੁਧੀਰ ਸੂਰੀ ਦਾ। ਜਿਸ ਤਰੀਕੇ ਨਾਲ ਘਟਨਾਕ੍ਰਮ ਜਾਂ ਘਟਨਾ ਸਥਾਨ ਬਿਆਨ ਕਰ ਰਿਹਾ, ਕਿਉਂਕਿ ਜਿੰਨੇ ਲੋਕ ਆਸ-ਪਾਸ ਬੈਠੇ ਸੀ ਕਿਸੇ ਹੋਰ ਨੂੰ ਗੋਲੀ ਨਹੀਂ ਲੱਗੀ, ਸਿਰਫ ਸੁਧੀਰ ਸੂਰੀ ਨੂੰ ਇਹ ਗੋਲੀਆਂ ਮਾਰੀਆਂ ਗਈਆਂ ਔਰ ਸੁਧੀਰ ਸੂਰੀ ਦੀ ਮੌਤ ਹੋ ਗਈ। ਹੁਣ ਇਸ ਦੇ ਪਿੱਛੇ ਵਜ੍ਹਾ ਕੀ ਹੈ? ਕਿ ਉਸ ਮੌਕੇ ਤੇ ਜਿਹੜੀ ਬਹਿਸਬਾਜ਼ੀ ਹੋ ਰਹੀ ਸੀ, ਕਿ ਉਹ ਕਾਰਨ ਹੈ ਕਿ ਕੋਈ ਪਾਸੇ ਖੜਾ ਨੌਜਵਾਨ ਸੀ, ਉਸਨੇ ਮੌਕਾ ਦੇਖ ਕੇ ਅਟੈਕ ਕਰ ਦਿੱਤਾ, ਪਰ ਨਿਸ਼ਾਨਾ ਸੁਧੀਰ ਸੂਰੀ ਤੇ ਲਾਇਆ ਗਿਆ ਤੇ ਸੁਧੀਰ ਸੂਰੀ ਦੀ ਮੌਤ ਹੋ ਗਈ। ਇਹ ਤਸਵੀਰਾਂ ਜਾਂ ਵੀਡੀਓ ਸਪਸ਼ਟ ਬਿਆਨ ਕਰ ਰਹੇ ਨੇ। ਜੀ ਬਿਲਕੁਲ, ਤਸਵੀਰਾਂ ਇੱਕ ਤਸਵੀਰ ਪੂਰੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਸੁਧੀਰ ਸੂਰੀ ਦਾ ਜੋ ਕਤਲ ਕਰ ਦਿੱਤਾ ਗਿਆ, ਘਟਨਾ ਵਾਪਰਦੀ ਹੈ ਦੁਪਹਿਰੇ 3:30 ਤੇ 3:30 ਵਜੇ ਗੋਪਾਲ ਮੰਦਿਰ ਦੇ ਬਾਹਰ ਅੰਮ੍ਰਿਤਸਰ ਦੇ ਵਿੱਚ ਇਹ ਘਟਨਾ ਵਾਪਰੀ। ਜਦੋਂ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ, ਧਰਨਾ ਪ੍ਰਦਰਸ਼ਨ ਕਿਸ ਚੀਜ਼ ਦਾ ਸੀ, ਕਿਉਂ ਸੀ, ਉਹ ਵੀ ਦੱਸਾਂਗੇ। ਪਰ ਦੱਸ ਦਈਏ ਕਿ 3:30 ਵਜੇ ਸੁਧੀਰ ਸੂਰੀ ਜਦੋਂ ਬੈਠੇ ਹੋਏ ਸਨ, ਕੁਝ ਹੋਰ ਲੋਕਾਂ ਦੇ ਨਾਲ ਧਰਨਾ ਪ੍ਰਦਰਸ਼ਨ ਉੱਥੇ ਹੀ ਦਰੀਆਂ ਵਿਛਾ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਤੇ ਇਸ ਵਿਚਾਲੇ ਸੰਦੀਪ ਸਨੀ ਨਾਮ ਦਾ ਸ਼ਖਸ ਆਉਂਦਾ ਹੈ ਤੇ ਉਸਦੇ ਵੱਲੋਂ ਇੱਕ ਤੋਂ ਬਾਅਦ ਇੱਕ 5 ਫਾਇਰ ਕੀਤੇ ਜਾਂਦੇ ਨੇ। ਸੁਧੀਰ ਸੂਰੀ ਨੂੰ ਟਾਰਗੇਟ ਕੀਤਾ ਜਾਂਦਾ ਤੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ। ਸੁਧੀਰ ਸੂਰੀ ਨੂੰ ਫੌਰੀ ਤੌਰ ਦੇ ਉੱਤੇ ਹਸਪਤਾਲ ਲਿਜਾਇਆ ਗਿਆ, ਪਰ ਬਚਾਇਆ ਨਹੀਂ ਜਾ ਸਕਿਆ, ਜਿੱਥੇ ਜਾ ਕੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤ ਐਲਾਨ ਦਿੱਤਾ ਹੈ। 3:30 ਵਜੇ ਪੂਰਾ ਘਟਨਾਕ੍ਰਮ ਵਾਪਰਿਆ ਹੈ ਔਰ ਉਸ ਤੋਂ ਬਾਅਦ ਨਾਲ ਦੀ ਨਾਲ, ਕਿਉਂਕਿ ਮੌਕੇ ਦੇ ਉੱਤੇ ਪੁਲਿਸ ਮੌਜੂਦ ਸੀ, ਧਰਨੇ ਪ੍ਰਦਰਸ਼ਨ ਦੀ ਵਜ੍ਹਾ ਦੇ ਨਾਲ ਡੀਐਸਪੀ ਉੱਥੇ ਮੌਜੂਦ ਸਨ, ਜਿਨ੍ਹਾਂ ਨੇ ਸੰਦੀਪ ਸਨੀ ਨਾਮ ਦੇ ਸ਼ਖਸ ਨੂੰ, ਜਿਸ ਨੇ ਗੋਲੀਆਂ ਚਲਾਈਆਂ ਸੀ, ਉਸ ਨੂੰ ਮੌਕੇ ਦੇ ਉੱਤੇ ਹੀ ਕਾਬੂ ਕਰ ਲਿਆ। 302 ਦਾ ਪਰਚਾ ਹੋਇਆ। ਸੋ ਪੰਜਾਬ ਦੇ ਡੀਜੀਪੀ ਇਸ ਵੇਲੇ ਅੰਮ੍ਰਿਤਸਰ ਲਈ ਰਵਾਨਾ ਹੋ ਚੁੱਕੇ ਨੇ। ਡੀਜੀਪੀ ਨੇ ਦੱਸਿਆ ਹੈ, ਜਾਣਕਾਰੀ ਦਿੱਤੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਕਿ 302 ਦਾ ਪਰਚਾ ਦਰਜ ਕਰ ਲਿਆ। ਉਸ ਸ਼ਖਸ ਨੂੰ, ਸੰਦੀਪ ਨੂੰ ਗ੍ਰਿਫਤਾਰ ਕਰ ਲਿਆ। ਪੰਜਾਬ ਦੇ ਲੋਕਾਂ ਨੂੰ ਅਮਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਜਿਹੜੇ ਰਿਊਮਰਸ ਨੇ, ਜਿਹੜੀਆਂ ਅਫਵਾਹਾਂ ਨੇ, ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਔਰ ਜਿਹੜੇ ਲੋਕ ਅਫਵਾਹਾਂ ਫੈਲਾਉਂਦੇ ਨੇ ਉਹਨਾਂ ਤੇ ਵੀ ਸਖਤ ਕਾਰਵਾਈ, ਸਖਤ ਐਕਸ਼ਨ ਲੈਣ ਦੀ ਗੱਲ ਪੰਜਾਬ ਦੇ ਡੀਜੀਪੀ ਵੱਲੋਂ ਕਹੀ ਗਈ ਹੈ ਕਿ ਜੇ ਕੋਈ ਐਸੇ ਸੈਂਸਿਟਿਵ ਮਾਹੌਲ ਦੇ ਵਿੱਚ, ਐਸੇ ਸੰਵੇਦਨਸ਼ੀਲ ਮੌਕੇ ਤੇ ਕੋਈ ਇਸ ਤਰੀਕੇ ਦੀ ਗਲਤ ਇਨਫੋਰਮੇਸ਼ਨ ਫੈਲਾ ਕੇ ਕਿਸੇ ਭੜਕਾਹਟ ਨੂੰ ਪੈਦਾ ਕਰਦਾ ਹੈ ਕਿਸੇ ਵੀ ਤਰ੍ਹਾਂ ਦੀ, ਤਾਂ ਫਿਰ ਉਸ ਸ਼ਖਸ ਦੇ ਖਿਲਾਫ ਵੀ ਨਿਪਟਿਆ ਜਾਏਗਾ ਔਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਬਿਲਕੁਲ, ਡੀਜੀਪੀ ਆਏ ਕਰੀਬ 3.25 ਘੰਟੇ ਬਾਅਦ ਇਸ ਪੂਰੇ ਘਟਨਾਕ੍ਰਮ ਦੇ ਵਾਪਰਨ ਤੋਂ ਬਾਅਦ ਇਹ ਪ੍ਰੈਸ ਕਾਨਫਰੰਸ ਕੀਤੀ, ਜਿਸ ਦੇ ਵਿੱਚ ਉਹ ਜ਼ਿਕਰ ਕਰ ਗਏ ਕਿ ਇਸ ਪੂਰੇ ਮਾਮਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ, ਕਿਉਂਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਖਿਲਾਫ ਜੇਕਰ ਕੋਈ ਇਸ ਤਰੀਕੇ ਨਾਲ ਕਦਮ ਚੁੱਕਦਾ ਤਾਂ ਉਸ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ। ਹਾਲਾਂਕਿ ਡੀਜੀਪੀ ਨੇ ਵੀ ਜ਼ਿਕਰ ਕੀਤਾ ਕਿ ਅਫਵਾਹਾਂ ਦੇ ਉੱਤੇ ਯਕੀਨ ਨਾ ਕਰੋ, ਜਾਂਚ ਜਾਰੀ ਹੈ। ਹੁਣ ਤੱਕ ਇਸ ਪੂਰੇ ਮਾਮਲੇ 'ਚ ਜਾਂਚ ਪੁਲਿਸ ਦੀ ਕੀ ਕਹਿ ਰਹੀ ਹੈ? ਪੁਲਿਸ ਦੀ ਜਾਂਚ ਕਹਿ ਰਹੀ ਹੈ ਕਿ ਗੋਪਾਲ ਮੰਦਿਰ ਦੇ ਬਾਹਰ ਧਰਨਾ ਪ੍ਰਦਰਸ਼ਨ ਹੋ ਰਿਹਾ ਸੀ ਤੇ ਉੱਥੇ ਜਿਹੜਾ ਸੁਧੀਰ ਸੂਰੀ ਹੈ ਉਹ ਵੀ ਉੱਥੇ ਮੌਜੂਦ ਸੀ ਤੇ ਸੁਧੀਰ ਸੂਰੀ ਦੇ ਉੱਤੇ ਇੱਕ ਸ਼ਖਸ ਨੇ ਗੋਲੀਆਂ ਚਲਾ ਦਿੱਤੀਆਂ। ਨਾਮ ਹੈ ਸੰਦੀਪ ਸਨੀ, ਜਿਸ ਨੂੰ ਕਾਬੂ ਕਰ ਲਿਆ ਗਿਆ। ਔਰ ਕਾਬਿਲੇ ਗੌਰ ਵੀ ਹੈ ਕਿ ਸੁਧੀਰ ਸੂਰੀ ਕਿਉਂ ਚਰਚਾ ਦੇ ਵਿੱਚ ਰਹਿੰਦੇ ਸੀ। ਸੁਧੀਰ ਸੂਰੀ ਆਪਣੇ ਬਿਆਨਾਂ ਨੂੰ ਲੈ ਕੇ, ਆਪਣੇ
ਜਿਹੜੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਸੀ, ਖਾਸ ਤੌਰ ਤੇ ਇੱਕ ਧਰਮ ਵਿਸ਼ੇਸ਼ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਖੂਬ ਵਿਵਾਦਾਂ ਦੇ ਵਿੱਚ ਰਹੀਆਂ ਨੇ ਔਰ ਇਸ ਸਭ ਦੇ ਵਿਚਾਲੇ ਇਹ ਪੂਰਾ ਘਟਨਾਕ੍ਰਮ ਵਾਪਰ ਦਿੰਦਾ ਹੈ ਤੇ ਇਸ ਕਰਕੇ ਇਸ ਦਾ ਜ਼ਿਕਰ ਵੀ ਹੋ ਰਿਹਾ ਕਿ ਵਾਕਈ ਇਹ ਇੱਕ ਸ਼ਖਸ ਦੇ ਵੱਲੋਂ ਚਲਾਈਆਂ ਗਈਆਂ ਗੋਲੀਆਂ ਜਾਂ ਫਿਰ ਇਸ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਸੀ। ਤਾਂ ਬਿਲਕੁਲ ਇਸ ਵੇਲੇ ਵੱਡੇ ਸਵਾਲ ਨੇ ਇਹ ਖੜੇ ਹੁੰਦੇ ਨੇ ਜੋ ਘਟਨਾ ਸਥਾਨ ਤੋਂ ਜੋ ਮਟੀਰੀਅਲ ਮਿਲਦਾ ਹੈ, ਜੋ ਸਮੱਗਰੀ ਮਿਲਦੀ ਹੈ, ਜਿਸ ਗੱਡੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਉਸ ਸ਼ਖਸ ਦੀ ਇਹ ਗੱਡੀ ਸੀ, ਉਸ ਗੱਡੀ ਨੂੰ ਜਿਹੜੇ ਉੱਥੇ ਮੌਕੇ ਤੇ ਮੌਜੂਦ ਲੋਕ ਸੀ ਜਾਂ ਸੂਰੀ ਦੇ ਕੋਈ ਸਮਰਥਕ ਸੀ ਉਹਨਾਂ ਵੱਲੋਂ ਗੱਡੀ ਭੰਨੀ ਗਈ। ਉਸ ਗੱਡੀ ਤੇ ਆਪਣਾ ਗੁੱਸਾ ਉਤਾਰਿਆ ਗਿਆ। ਹਾਲਾਂਕਿ ਉਸ ਸ਼ਖਸ ਨੂੰ ਪੁਲਿਸ ਨੇ ਤੁਰੰਤ ਗ੍ਰਿਫਤਾਰ ਕਰ ਲਿਆ। ਪਰ ਇਸ ਦੇ ਵਿੱਚ ਇੱਕ ਐਂਗਲ ਇਹ ਵੀ ਹੈ ਕਿ ਜਿਸ ਵੇਲੇ ਇਹ ਗੋਲੀਆਂ ਮਾਰੀਆਂ ਗਈਆਂ, ਜਿਹੜਾ ਵੀਡੀਓ ਅਸੀਂ ਦਿਖਾ ਰਹੇ ਹਾਂ, ਉਸ ਵੇਲੇ ਸੂਰੀ ਦੇ ਆਸੇ-ਪਾਸੇ ਕਈ ਪੁਲਿਸ ਮੁਲਾਜ਼ਮ ਖੜੇ ਹੋਏ ਸੀ। ਪੁਲਿਸ ਦੀ ਵਰਦੀ ਦੇ ਵਿੱਚ ਜਿਹੜੇ ਸੂਰੀ ਦੇ ਸਿਕਿਉਰਿਟੀ ਗਾਰਡ ਸੀ ਉਹ ਵੀ ਸੀ ਔਰ ਕੁਝ ਹੋਰ ਪੁਲਿਸ ਦੇ ਮੁਲਾਜ਼ਮ ਵੀ ਖੜੇ ਹੋਏ ਸੀ। ਉਹਨਾਂ ਦੀ ਮੌਜੂਦਗੀ ਦੇ ਵਿੱਚ ਇੱਕ ਸ਼ਖਸ ਵੱਲੋਂ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਗਈਆਂ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਨੂੰ। ਸੋ ਐਸੇ ਵਿੱਚ ਸਵਾਲ ਖਾਕੀ ਵਰਦੀ ਤੇ ਵੀ ਨੇ, ਸਵਾਲ ਲਾਅ ਐਂਡ ਆਰਡਰ ਦਾ ਇਸ਼ੂ ਹੈ, ਅਮਨ ਕਾਨੂੰਨ ਦੀ ਸਥਿਤੀ ਹੈ, ਉਸ ਤੇ ਵੀ ਨੇ ਕਿ ਜਿਹੜੇ ਪੁਲਿਸ ਵਾਲੇ ਉੱਥੇ ਮੌਜੂਦ ਸੀ। ਗੌਰਵ, ਦੋ ਤਰ੍ਹਾਂ ਦੇ ਘਟਨਾਕ੍ਰਮ ਹੁੰਦੇ ਆ। ਇੱਕ ਕੋਈ ਵਿਅਕਤੀ ਕਿਤੇ ਜਾ ਰਿਹਾ ਹੈ, ਕਿਤੇ ਐਸੀ ਜਗ੍ਹਾ ਤੇ ਜੋ ਕੋਈ ਸੁੰਨੀ ਜਗ੍ਹਾ, ਕਿਸੇ ਤੇ ਅਟੈਕ ਕਰ ਦਿੱਤਾ ਗਿਆ, ਕਿਤੇ ਕੋਈ ਉਸ ਦੀ ਸਿਕਿਉਰਿਟੀ ਨਹੀਂ ਹੈ ਜਾਂ ਨੇੜੇ ਤੇੜੇ ਪੁਲਿਸ ਨਹੀਂ ਹੈ। ਪਰ ਇਹ ਜਿਹੜੀ ਘਟਨਾ ਹੈ, ਜਿਸ ਵੇਲੇ ਧਰਨਾ ਹੈ, ਤਾਂ ਵੀਡੀਓ ਦੇ ਵਿੱਚ ਸ਼ਰੇਆਮ ਨਜ਼ਰ ਆ ਰਿਹਾ ਸਾਹਮਣੇ ਕਿ ਪੁਲਿਸ ਮੁਲਾਜ਼ਮ ਖੜੇ ਨੇ ਔਰ ਇੱਕ ਪੁਲਿਸ ਮੁਲਾਜ਼ਮ ਵੀ ਨਹੀਂ ਹੈ, ਘੱਟੋ ਘੱਟ 5-6 ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਖੜੇ ਦਿਖਾਈ ਦੇ ਰਹੇ ਨੇ ਇਹਨਾਂ ਤਸਵੀਰਾਂ ਦੇ ਵਿੱਚ। ਔਰ ਉਸ ਮੌਕੇ ਤੇ ਸੂਰੀ ਤੇ ਅਟੈਕ ਹੋ ਜਾਂਦਾ ਹੈ। ਹਾਲਾਂਕਿ ਤੁਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ, ਪਰ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਜਿਹੜਾ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ। ਬਿਲਕੁਲ ਲਾਜ਼ਮੀ ਤੌਰ ਤੇ ਜੋ ਆਪਾਂ ਲਗਾਤਾਰ ਇਸ ਪੂਰੇ ਮਾਮਲੇ ਨੂੰ ਦੇਖਣ ਤੋਂ ਬਾਅਦ ਪਹਿਲੀ ਨਜ਼ਰ ਦੇ ਵਿੱਚ ਆਪਾਂ ਰੋਜ਼ਾਨਾ ਬਹੁਤ ਸਾਰੇ ਕੇਸਿਸ ਆਉਂਦੇ ਨੇ, ਆਪਾਂ ਉਹਨਾਂ ਨੂੰ ਕਵਰ ਕਰਦੇ ਹਾਂ ਔਰ ਪਤਾ ਲੱਗਦਾ ਕਿ ਹਾਂ ਕੀ ਹੋਇਆ। ਦੋ ਧਿਰਾਂ ਦੇ ਵਿਚਾਲੇ ਝੜਪ ਹੋਈ, ਕਿਸੇ ਖੇਤਾਂ ਦੇ ਵਿੱਚ, ਪਿੰਡ ਦੇ ਵਿੱਚ, ਸ਼ਹਿਰ 'ਚ, ਮੁਹੱਲੇ ਦੇ ਵਿੱਚ ਦੋ ਧਿਰਾਂ ਆਪਸ 'ਚ ਗੁਆਂਢੀ ਲੜ ਪਏ ਤਾਂ ਆਮ ਤੌਰ ਤੇ ਕੀ ਹੁੰਦਾ ਕਿ ਫਾਇਰ ਕਰ ਦਿੱਤਾ ਗਿਆ ਜਾਂ ਪੱਥਰ ਮਾਰ ਦਿੱਤੇ ਗਏ। ਉਹ ਕਿਸ ਦੇ ਜਾ ਕੇ ਲੱਗੇਗਾ ਇਹ ਨਹੀਂ ਪਤਾ ਹੁੰਦਾ। ਇਸ ਤਰ੍ਹਾਂ ਹੀ ਹੁੰਦਾ ਕਿ ਕੋਈ ਧਰਨੇ ਦੇ ਉੱਤੇ ਜਾ ਕੇ ਜੇਕਰ ਕੋਈ ਗੋਲੀ ਚਲਾ ਰਿਹਾ ਹੈ ਤਾਂ ਫਿਰ ਧਰਨੇ ਦੇ ਵਿੱਚ ਕੋਈ ਇੱਕ ਸਪੈਸੀਫਿਕ ਬੰਦੇ ਨੂੰ ਹੀ ਜਾ ਕੇ ਗੋਲੀ ਲੱਗੀ ਤਾਂ ਉੱਥੇ ਇੱਕ ਕੁਐਸਚਨ ਮਾਰਕ ਖੜਾ ਜ਼ਰੂਰ ਹੁੰਦਾ ਹੈ। ਹਾਂ, ਜੇ ਗੋਲੀ ਲੱਗਦੀ 2-3 ਲੋਕਾਂ ਦੇ ਤਾਂ ਸ਼ਾਇਦ ਉਸ ਤਰੀਕੇ ਨਾਲ ਇਸ ਐਂਗਲ ਨੂੰ ਨਾ ਦੇਖਿਆ ਜਾਂਦਾ ਕਿ ਇਹ ਟਾਰਗੇਟ ਕਿਲਿੰਗ ਹੈ ਜਾਂ ਫਿਰ ਕੀ ਹੈ। ਪਰ ਜਦੋਂ ਖੱਬੇ ਵਾਲੇ ਪਾਸੇ ਬੈਠੇ ਹੋਏ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਕਿ ਖੱਬੇ ਵਾਲੇ ਪਾਸੇ ਬੈਠਾ ਸੁਧੀਰ ਸੂਰੀ ਨਜ਼ਰ ਆਉਂਦਾ ਏ ਔਰ ਉਸ ਸਮੇਂ ਕਾਬਿਲ ਗੌਰ ਇਹ ਵੀ ਹੈ ਕਿ ਸੁਧੀਰ ਸੂਰੀ ਹੇਠਾਂ ਨੂੰ ਮੂੰਹ ਕਰਕੇ ਦੇਖ ਰਿਹਾ ਹੈ ਔਰ ਇਹ ਨਹੀਂ ਹੈ ਕਿ ਸੁਧੀਰ ਸੂਰੀ ਕਿਸੇ ਨੂੰ ਸੰਬੋਧਨ ਕਰ ਰਿਹਾ ਸੀ ਜਾਂ ਉਸ ਧਰਨੇ ਨੂੰ ਸੰਬੋਧਨ ਕਰ ਰਿਹਾ ਸੀ। ਨਾਲ ਦਾ ਸ਼ਖਸ ਕਿਸੇ ਨਾਲ ਗੱਲ ਕਰ ਰਿਹਾ। ਆਮ ਤੌਰ ਤੇ ਇਹ ਵੀ ਹੁੰਦਾ ਹੈ ਕਿ ਜਦੋਂ ਕੋਈ ਧਰਨਾ ਲੱਗਿਆ ਹੁੰਦਾ ਤਾਂ ਉੱਥੇ ਬੁਲਾਰੇ ਇੱਕ ਇੱਕ ਕਰਕੇ ਬੋਲਦੇ ਰਹਿੰਦੇ ਨੇ ਔਰ ਇਹ ਵੀ ਨਹੀਂ ਸੀ ਕਿ ਉੱਥੇ ਕੋਈ ਬੋਲ ਰਿਹਾ ਸੀ। ਇੱਕ ਸ਼ਖਸ ਜਿਹੜਾ ਸੁਧੀਰ ਸੂਰੀ ਦੇ ਨਾਲ ਬੈਠਾ ਉਹ ਜ਼ਰੂਰ ਕਿਸੇ ਨੂੰ ਸੰਬੋਧਨ ਕਰ ਰਿਹਾ ਹੈ ਜਾਂ ਕੋਈ ਬਹਿਸ ਜਾਂ ਗੱਲਬਾਤ ਹੋ ਰਹੀ ਹੈ ਜਿਹੜੀ ਇੱਕ ਵੀਡੀਓ ਸਾਹਮਣੇ ਆਈ ਸੀ। ਪਰ ਟਾਰਗੇਟ ਜਿਸ ਨੂੰ ਕਰਨਾ ਸੀ, ਜਿਸ ਸ਼ਖਸ ਨੇ, ਉਹ ਬਹੁਤ ਕਲੀਅਰ ਸੀ, ਸੁਧੀਰ ਸੂਰੀ ਨੂੰ ਜਾਣਦਾ ਸੀ। ਔਰ ਸੁਧੀਰ ਸੂਰੀ ਦਾ ਆਪਾਂ ਜਦੋਂ ਜ਼ਿਕਰ ਕਰਦੇ ਹਾਂ ਵਿਜੇ, ਪਿਛਲੇ ਕੁਝ ਸਮੇਂ ਦੇ ਵਿੱਚ ਸੁਧੀਰ ਸੂਰੀ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹੇ। ਅੱਛਾ, ਉਹਨਾਂ ਨੇ ਜਿਸ ਤਰੀਕੇ ਨਾਲ ਦਾੜੀ ਰੱਖੀ ਹੋਈ ਸੀ, ਸਫੇਦ ਕਲਰ ਦੀ ਦਾੜੀ, ਲੰਬੀ ਬਿਲਕੁਲ, ਤਾਂ ਉਹ ਇੱਕ ਵੱਖਰੀ ਪਹਿਚਾਣ ਤਾਂ ਸੀ। ਬਿਲਕੁਲ ਜਦੋਂ ਸੁਧੀਰ ਸੂਰੀ ਤੁਸੀਂ ਨਾਮ ਲੈਂਦੇ ਹੋ ਤਾਂ ਦਿਮਾਗ ਦੇ ਵਿੱਚ ਉਹ ਤਸਵੀਰ ਨਜ਼ਰ ਆਉਂਦੀ ਹੈ ਕਿ ਅਜਿਹਾ ਸ਼ਖਸ ਜਿਸ ਨੇ ਗਲ ਦੇ ਵਿੱਚ ਕੁਝ ਮਾਲਾਵਾਂ ਪਾਈਆਂ ਹੋਈਆਂ ਨੇ, ਕੁਝ ਰੁਦਰਾਕਸ਼ ਜਾਂ ਮਣਕੇ ਨਜ਼ਰ ਆਉਂਦੇ ਨੇ। ਅੱਛਾ, ਤਿਲਕ ਲਗਾਇਆ ਹੋਇਆ ਇੱਕ ਵੱਡਾ ਮੂੰਹ ਦੇ ਉੱਤੇ ਤੇ ਦਾੜੀ ਖੁੱਲੀ ਵੱਡੀ ਰੱਖੀ ਹੋਈ ਹੈ, ਤਾਂ ਬਹੁਤ ਕਲੀਅਰ ਹੈ ਕਿ ਕੋਈ ਕਨਫਿਊਜ਼ਨ ਨਹੀਂ ਸੀ ਕਿ ਸੁਧੀਰ ਸੂਰੀ ਹੈ ਕਿ ਨਹੀਂ ਹੈ। 20 ਬੰਦੇ ਖੜੇ ਹੋਣ ਤੋਂ ਯਾਨੀ ਗੌਰਵ ਜਿਸ ਸ਼ਖਸ ਨੇ ਅਟੈਕ ਵੀ ਕੀਤਾ ਉਸ ਨੂੰ ਵੀ ਬਿਲਕੁਲ ਕਲੀਅਰ ਸੀ। ਬਿਲਕੁਲ, ਮੈਂ ਉਹੀ ਕਹਿ ਰਿਹਾ ਉਹ ਬਿਲਕੁਲ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਕਿ ਸੁਧੀਰ ਸੂਰੀ ਹੈ ਔਰ ਉਸੇ ਤੇ ਅਟੈਕ ਕੀਤਾ ਜਾ। ਬਿਲਕੁਲ, ਮੈਂ ਇਹੀ ਜ਼ਿਕਰ ਕਰ ਰਿਹਾ ਕਿ 20 ਬੰਦੇ ਖੜੇ ਨੇ, ਇੱਕ ਧਰਨਾ ਪ੍ਰਦਰਸ਼ਨ ਜਾਂ ਕੋਈ ਵੈਸੇ 20 ਬੰਦੇ ਖੜੇ ਹੋਣ, ਜੇ ਸੁਧੀਰ ਸੂਰੀ ਖੜਾ ਤਾਂ ਉਸਦਾ ਪਹਿਰਾਵਾ ਜਾਂ ਉਸਦਾ ਜੋ ਤੁਸੀਂ ਕਹਿ ਸਕਦੇ ਹੋ ਕਿ ਉਹਦੀ ਦਿੱਖ ਸੀ, ਜੋ ਜਿਸ ਤਰੀਕੇ ਨਾਲ ਉਹ ਰਹਿ ਰਹੇ ਸੀਗੇ, ਤਾਂ ਉਹ ਬਿਲਕੁਲ ਕਲੀਅਰ ਹੋ ਜਾਂਦਾ ਸੀ ਕਿ ਇਹ ਸੁਧੀਰ ਸੂਰੀ ਹੈ। 20 ਲੋਕਾਂ ਦੇ ਵਿੱਚੋਂ ਪਛਾਣਨਾ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਸੀ। ਤਾਂ ਉਹ ਜਿਹੜਾ ਸ਼ਖਸ ਟਾਰਗੇਟ ਕਰਕੇ ਪਹੁੰਚਿਆ ਸੀ ਉਹ ਵੀ ਕਲੀਅਰ ਸੀ ਕਿ ਸੁਧੀਰ ਸੂਰੀ ਨੂੰ ਹੀ ਟਾਰਗੇਟ ਕਰਨਾ। ਹੁਣ ਉਹੀ ਗੱਲ ਹੈ ਕਿ ਜਿਹੜੀਆਂ ਤਸਵੀਰਾਂ ਵਿਜੇ ਮਿਲੀਆਂ ਨੇ ਕਿ ਉਹ ਤਸਵੀਰਾਂ ਦੇ ਵਿੱਚ ਸੁਧੀਰ ਸੂਰੀ ਦੀ ਵੀ ਤਸਵੀਰ ਸੀ ਜਾਂ ਨਹੀਂ ਸੀ, ਕਿ ਵਾਕਿਆ ਹੀ ਕਿਉਂਕਿ ਉਹ ਅੰਮ੍ਰਿਤਸਰ ਦੇ ਵਿੱਚ ਸੀ, ਸੁਧੀਰ ਸੂਰੀ ਅੰਮ੍ਰਿਤਸਰ ਦੇ ਵਿੱਚ ਸਰਗਰਮ ਰਹੇ ਨੇ, ਤਾਂ ਲਾਜ਼ਮੀ ਤੌਰ ਤੇ ਉਸਦੇ ਦਿਮਾਗ ਦੇ ਵਿੱਚ ਹੋਏਗਾ ਕਿ ਇਹ ਇੱਥੇ ਹੀ ਹੁੰਦਾ ਹੈ, ਕਦੇ ਆਇਆ ਜਾਂ ਦਿਖਿਆ ਤਾਂ ਮੈਂ ਇਸ ਤਰੀਕੇ ਨਾਲ ਕਰਾਂਗਾ, ਸਵਾਲ ਪੁੱਛਾਂਗਾ। ਜਾਂ ਫਿਰ ਕਈ ਵਾਰ ਹੁੰਦਾ ਕਿ ਆਮ ਤੌਰ ਤੇ ਆਪਾਂ ਦੇਖਿਆ ਪੋਲੀਟੀਕਲ ਲੀਡਰਾਂ ਦੇ ਉੱਤੇ ਸਿਆਹੀ ਸਿੱਟ ਦਿੱਤੀ ਜਾਂਦੀ ਹੈ ਜਾਂ ਥੱਪੜ ਮਾਰਨ ਦਾ ਪਿੱਛੇ ਕਲਚਰ, ਜੁੱਤਾ ਸੁੱਟ ਦਿੱਤਾ ਜਾਂਦਾ, ਇਸ ਤਰੀਕੇ ਨਾਲ ਆਪਣੇ ਵਿਰੋਧ ਕੀਤੇ ਜਾਂਦੇ ਨੇ। ਹੋ ਸਕਦਾ ਕਿ ਉਸ ਸ਼ਖਸ ਦੇ ਦਿਮਾਗ ਦੇ ਵਿੱਚ
ਇਸ ਤਰੀਕੇ ਦਾ ਕੋਈ ਵਿਰੋਧ ਪਹਿਲਾਂ ਤੋਂ ਹੀ ਚੱਲ ਰਿਹਾ ਹੋਵੇ ਕਿ ਜਦੋਂ ਮੈਨੂੰ ਮਿਲ ਗਿਆ ਤਾਂ ਮੈਂ ਕੋਈ ਅਜਿਹਾ ਵਿਰੋਧ ਕਰਾਂਗਾ, ਪਰ ਰਿਵਾਲਵਰ ਹੱਥ ਦੇ ਵਿੱਚ ਸੀ ਸ਼ਾਇਦ, ਔਰ ਮੌਕਾ ਇਸ ਤਰੀਕੇ ਨਾਲ ਬਣ ਗਿਆ ਕਿ ਉਸਨੇ ਗੋਲੀਆਂ ਮਾਰ ਦਿੱਤੀਆਂ ਔਰ ਕਤਲ ਕਰ ਦਿੱਤਾ ਸੁਧੀਰ ਸੂਰੀ ਦਾ। ਬਿਲਕੁਲ ਬਿਲकुल ਬਹੁਤ ਸਾਰੇ ਸਵਾਲ ਨੇ, ਹੁਣ ਇਸ ਦੇ ਵਿੱਚ ਇੱਕ ਅਪਡੇਟ ਅਸੀਂ ਦਰਸ਼ਕਾਂ ਨਾਲ ਸਾਂਝੀ ਕਰਦੇ ਰਵਾਂਗੇ ਔਰ ਇਸ ਮਾਮਲੇ ਤੇ ਜੋ ਵੀ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਆਉਂਦਾ ਹੈ ਉਹ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ। ਫਿਲਹਾਲ ਜੋ ਤਸਵੀਰਾਂ ਅਸੀਂ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ ਦਰਸ਼ਕਾਂ ਨੂੰ ਕਿ ਸੁਧੀਰ ਸੂਰੀ ਇੱਕ ਧਰਨੇ ਤੇ ਬੈਠਾ ਹੈ, ਇੱਕ ਸ਼ਖਸ ਉੱਥੇ ਆਉਂਦਾ ਹੈ ਔਰ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਅਟੈਕ ਕਰ ਦਿੰਦਾ ਹੈ ਔਰ ਸੁਧੀਰ ਸੂਰੀ ਨੂੰ 5 ਗੋਲੀਆਂ ਮਾਰੀਆਂ ਜਾਂਦੀਆਂ ਔਰ ਉਸ ਤੋਂ ਬਾਅਦ ਜਦੋਂ ਹਸਪਤਾਲ ਲਿਜਾਇਆ ਜਾਂਦਾ ਤਾਂ ਸੁਧੀਰ ਸੂਰੀ ਨੂੰ ਮ੍ਰਿਤ ਐਲਾਨ ਦਿੱਤਾ ਜਾਂਦਾ ਹੈ। ਸੋ ਇਹ ਪੂਰਾ ਘਟਨਾਕ੍ਰਮ ਹੈ ਜਿਸ ਨੇ ਪੰਜਾਬ ਦੇ ਲਾਅ ਐਂਡ ਆਰਡਰ ਤੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਇੱਕ ਸਵਿਫਟ ਕਾਰ ਤੁਸੀਂ ਦੇਖ ਸਕਦੇ ਹੋ ਜਿਸ ਦੇ ਸ਼ੀਸ਼ੇ ਟੁੱਟੇ ਹੋਏ ਨੇ ਕਿਉਂਕਿ ਉਸ ਵੇਲੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਔਰ ਇਸੇ ਕਾਰ ਦੇ ਵਿੱਚ ਹੀ ਦੱਸਿਆ ਜਾ ਰਿਹਾ ਕਿ ਉਹ ਨੌਜਵਾਨ ਜਿਸ ਵੱਲੋਂ ਫਾਇਰਿੰਗ ਕੀਤੀ ਗਈ ਇਸੇ ਹੀ ਗੱਡੀ ਦੇ ਵਿੱਚ ਪਹੁੰਚਿਆ ਸੀ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਇਲਾਕੇ ਦਾ ਹੀ ਰਹਿਣ ਵਾਲਾ ਇਹ ਨੌਜਵਾਨ ਹੈ। ਹਾਲਾਂਕਿ ਬਾਅਦ ਦੇ ਵਿੱਚ ਲੋਕਾਂ ਵੱਲੋਂ ਗੁੱਸੇ ਦੇ ਵਿੱਚ ਇਸ ਗੱਡੀ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਗਿਆ ਔਰ ਇੱਥੇ ਇੱਕ ਹੋਰ ਚੀਜ਼, ਹਾਲਾਂਕਿ ਇਸ ਚੀਜ਼ ਦਾ ਉਸ ਦੇ ਨਾਲ ਕੋਈ ਸਿੱਧੇ ਤੌਰ ਤੇ ਨਾਤਾ ਹੈ ਜਾਂ ਨਹੀਂ ਕਿਉਂਕਿ ਇਸ ਗੱਡੀ ਦੇ ਅਗਲੇ ਸ਼ੀਸ਼ੇ ਔਰ ਪਿਛਲੇ ਸ਼ੀਸ਼ੇ ਤੇ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਲੱਗੀ ਹੋਈ ਹੈ। ਇੱਕ ਜਿਹੜਾ ਸਟicker ਹੈ ਵਾਰਿਸ ਪੰਜਾਬ ਦੇ ਉਹ ਲੱਗਿਆ ਹੋਇਆ। ਹਾਲਾਂਕਿ ਇਸ ਦੇ ਨਾਲ ਸੁਧੀਰ ਸੂਰੀ ਦੀ ਜਿਹੜੀ ਪੂਰੀ ਘਟਨਾ ਉਸ ਦਾ ਕੋਈ ਲੈਣਾ ਦੇਣਾ ਹੈ ਜਾਂ ਨਹੀਂ ਇਹ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੇਗਾ। ਫਿਲਹਾਲ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਸ ਨੌਜਵਾਨ ਨੂੰ ਵੀ ਕਾਬੂ ਕਰ ਲਿਆ ਗਿਆ। ਤਾਂ ਹੁਣ ਮੈਂ ਸਭ ਤੋਂ ਪਹਿਲਾਂ ਪੂਰਾ ਜੋ ਇਸ ਇਲਾਕੇ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ। ਸਾਹਮਣੇ ਇਹ ਤੁਸੀਂ ਦੇਖ ਸਕਦੇ ਹੋ ਗੋਪਾਲ ਮੰਦਿਰ, ਤਾਂ ਇਸੇ ਮੰਦਿਰ ਦੇ ਵਿੱਚ ਸੁਧੀਰ ਸੂਰੀ ਆਪਣੇ ਸਾਥੀਆਂ ਦੇ ਨਾਲ ਪਹੁੰਚਦੇ ਨੇ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਕਿਸੇ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਦਾ ਕਿਰਿਆ ਦਾ ਇੱਥੇ ਪ੍ਰੋਗਰਾਮ ਸੀ, ਉੱਥੇ ਆਏ। ਕਿਰਿਆ ਤੋਂ ਬਾਅਦ ਇਹ ਪਤਾ ਲੱਗਾ ਕਿ ਮੰਦਿਰ ਦੇ ਨੇੜੇ ਕੁਝ ਕੂੜਾ ਕਰਕਟ ਪਿਆ ਹੋਇਆ, ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਕਰਕੇ ਸੁਧੀਰ ਸੂਰੀ ਇੱਥੇ ਰੁਕਦੇ ਨੇ ਔਰ ਉਹਨਾਂ ਵੱਲੋਂ ਇਹ ਵਿਰੋਧ ਕੀਤਾ ਜਾਂਦਾ ਕਿ ਹਿੰਦੂ ਧਰਮ ਦੇ ਵਿੱਚ ਜਿਹੜੇ ਦੇਵੀ ਦੇਵਤਾ ਨੇ ਉਹਨਾਂ ਦੀ ਕਿਤੇ ਨਾ ਕਿਤੇ ਇਸ ਤਰੀਕੇ ਦੇ ਨਾਲ ਬੇਅਦਬੀ ਹੋ ਰਹੀ ਹੈ ਔਰ ਉਸ ਤੋਂ ਬਾਅਦ ਉਹ ਇੱਥੇ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੰਦੇ ਨੇ। ਪਰ ਕੁਝ ਦੇਰ ਬਾਅਦ ਗੋਲੀਆਂ ਦੀ ਆਵਾਜ਼ ਸੁਣਾਈ ਦਿੰਦੀ ਹੈ ਕਿਉਂਕਿ ਇਹ ਤੁਸੀਂ ਦੇਖੋ ਕਿ ਰਿਹਾਇਸ਼ੀ ਇਲਾਕਾ ਆਸ-ਪਾਸ ਘਰ ਨੇ, ਤਾਂ ਹੋਰ ਕਿਸੇ ਦੇ ਵੀ ਗੋਲੀ ਤਾਂ ਸਾਡੇ ਸਹਿਯੋਗੀ ਰਾਜੀਵ ਮੌਕੇ ਤੋਂ ਸਥਿਤੀ ਦਾ ਜਾਇਜ਼ਾ ਲੈ ਰਹੇ ਸੀ ਜਿਸ ਮੌਕੇ ਤੇ ਘਟਨਾ ਵਾਪਰੀ ਹੈ। ਉਸ ਮੌਕੇ ਦੀ ਤਸਵੀਰ ਸੀ ਜਿਹੜੀ ਸਵਿਫਟ ਕਾਰ ਦਿਖਾਈ ਜਾ ਰਹੀ ਹੈ ਜਿਸ ਸਵਿਫਟ ਕਾਰ ਦੀ ਭੰਨਤੋੜ ਕੀਤੀ ਗਈ ਇਸ ਘਟਨਾ ਤੋਂ ਤੁਰੰਤ ਬਾਅਦ ਜਦੋਂ ਸੁਧੀਰ ਸੂਰੀ ਨੂੰ ਗੋਲੀਆਂ ਮਾਰੀਆਂ ਗਈਆਂ, ਜਦੋਂ ਸੁਧੀਰ ਸੂਰੀ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਉਹ ਕਾਰ ਜਿਹੜੀ ਸੀ ਉੱਥੇ ਖੜੀ ਸੀ। ਉਸ ਵਿਅਕਤੀ ਦੀ ਕਾਰ ਦੱਸੀ ਜਾ ਰਹੀ ਹੈ ਸੰਦੀਪ ਦੀ ਜਿਸ ਕਾਰ ਤੇ ਲੋਕਾਂ ਨੇ ਅਟੈਕ ਕੀਤਾ ਔਰ ਉਸ ਕਾਰ ਦੇ ਸ਼ੀਸ਼ੇ ਭੰਨ ਦਿੱਤੇ। ਉਸ ਕਾਰ ਦੇ ਵਿੱਚੋਂ ਕੁਝ ਇਤਰਾਜ਼ਯੋਗ ਸਮੱਗਰੀ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਕਿ ਮਿਲੀ ਹੈ। ਉਸ ਕਾਰ ਦੇ ਵਿੱਚ ਕੁਝ ਐਸੇ ਪੰਫਲੇਟਸ ਨੇ, ਕੁਝ ਐਸੇ ਸਕੈਨ ਡਾਕੂਮੈਂਟਸ ਨੇ ਜਿਹੜੇ ਕੁਝ ਫੋਟੋ ਕਾਪੀਜ਼ ਨੇ, ਕੁਝ ਅਖਬਾਰਾਂ ਦੀਆਂ ਕਟਿੰਗਸ ਨੇ, ਖਬਰਾਂ ਨੇ ਔਰ ਉਸ ਦੇ ਵਿੱਚ ਕ੍ਰਾਸ ਦੇ ਨਿਸ਼ਾਨ ਵੀ ਲੱਗੇ ਹੋਏ ਨੇ ਤਸਵੀਰਾਂ ਦੇ ਉੱਪਰ। ਸੋ ਉਸ ਮਟੀਰੀਅਲ ਦਾ ਮਤਲਬ ਕੀ ਹੈ, ਕਿਉਂ ਉਸ ਸ਼ਖਸ ਵੱਲੋਂ ਉਹ ਮਟੀਰੀਅਲ ਉਸ ਕਾਰ ਦੇ ਵਿੱਚ ਰੱਖਿਆ ਗਿਆ ਜਾਂ ਉਹ ਕਾਰ ਉੱਥੇ ਕਿਸੇ ਹੋਰ ਸ਼ਖਸ ਨੇ ਖੜੀ ਕੀਤੀ ਹੈ, ਉਸ ਦਾ ਕੋਈ ਹੋਰ ਸਾਥੀ ਹੋ ਸਕਦਾ ਹੈ। ਸੋ ਇਹ ਸਾਰਾ ਜਾਂਚ ਦਾ ਵਿਸ਼ਾ ਹੈ। ਪੰਜਾਬ ਦੇ ਡੀਜੀਪੀ ਨੇ ਹਲੇ ਤੱਕ ਜੋ ਮੁੱਢਲੇ ਤੌਰ ਤੇ ਜਾਣਕਾਰੀ ਇਹੀ ਦਿੱਤੀ ਹੈ ਕਿ ਸੰਦੀਪ ਸਨੀ ਨਾਮ ਦਾ ਸ਼ਖਸ ਹੈ, 32 ਬੋਰ ਲਾਇਸੈਂਸੀ ਰਿਵਾਲਵਰ ਦੇ ਨਾਲ ਉਸਨੇ ਲਾਇਸੈਂਸੀ ਪਿਸਤੌਲ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਗੋਪਾਲ ਮੰਦਿਰ ਦੇ ਬਾਹਰ ਗੋਪਾਲ ਨਗਰ ਦੇ ਵਿੱਚ ਸੁਧੀਰ ਸੂਰੀ ਜੀ ਤੇ ਅਟੈਕ ਹੋਇਆ, ਉਹਨਾਂ ਨੂੰ ਗੋਲੀਆਂ ਮਾਰੀ ਗਈ ਤੇ ਉਹਨਾਂ ਨੂੰ ਇਮੀਡੀਏਟਲੀ ਅਸਕੌਟ ਹਸਪੀਟਲ ਲੈ ਕੇ ਗਿਆ ਜਿੱਥੇ ਹੀ ਹੈਜ਼ ਸਕਮ ਟੂ ਹਿਸ ਇੰਜਰੀਜ਼। ਇਸ ਮਸਲੇ ਦੇ ਵਿੱਚ ਅਸੀਂ 302 ਦੇ ਅੰਦਰ FIR ਦਰਜ ਕਰ ਲਈ ਹੈ ਸਦਰ ਅੰਮ੍ਰਿਤਸਰ ਪੁਲਿਸ ਸਟੇਸ਼ਨ ਦੇ ਵਿੱਚ ਤੇ ਅਕਿਊਜ਼ਡ ਸੰਦੀਪ ਸਿੰਘ ਸੰਨੀ ਨੂੰ ਮੌਕੇ ਤੇ ਹੀ ਕਸਟਡੀ ਤੇ ਸਾਡੇ DSP ਜਿਹੜੇ ਮੌਕੇ ਤੇ ਸੀਗੇ ਉਹਨਾਂ ਨੇ ਕਸਟਡੀ ਦੇ ਵਿੱਚ ਲੈ ਲਿਆ ਹੈ। ਉਸ ਦੀ ਇੰਟਰੋਗੇਸ਼ਨ ਚੱਲ ਰਹੀ ਹੈਗੀ ਤੇ ਅਸੀਂ ਇਨ ਡੈਪਥ ਇੰਟਰੋਗੇਸ਼ਨ ਕਰਕੇ ਇਸ ਮਾਮਲੇ ਦੀ ਤਹਿ ਤੱਕ ਪਹੁੰਚਾ ਕੇ ਕੁਝ ਗੱਲਾਂ ਮੈਂ ਜ਼ਰੂਰ ਕਹਿਣੀ ਚਾਹਾਂਗਾ ਜੀ ਕਿ ਇੱਕ ਇਨਵੈਸਟੀਗੇਸ਼ਨ ਇਜ਼ ਐਟ ਅ ਵੈਰੀ अर्ਲੀ ਸਟੇਜ ਤੇ ਜਿਹੜਾ ਅਕਿਊਜ਼ ਸੀਗਾ ਉਹ ਪੁਲਿਸ ਨੇ ਅਰੈਸਟ ਕਰ ਲਿਆ ਹੈ। ਸੋ ਅਸੀਂ ਇਸ ਦੇ ਵਿੱਚ ਕੋਈ ਵੀ ਇਸ ਦੇ ਪਿੱਛੇ ਹੈਗਾ ਕਿਸ ਦੀ ਕਨਸਪੀਰੇਸੀ ਹੈਗੀ, ਸਾਰੀ ਕਨਸਪੀਰੇਸੀ ਅਸੀਂ ਅਨਵੇਲ ਕਰਾਂਗੇ, ਜਿਹੜੇ ਬੰਦੇ ਇਸ ਦੇ ਪਿੱਛੇ ਹੈਗੇ ਉਹਨਾਂ ਨੂੰ ਫੜਾਂਗੇ ਜੀ। ਬਟ ਇਟ ਇਜ਼ ਅ ਵੈਰੀ अर्ਲੀ ਸਟੇਜ ਐਂਡ ਵੀ ਵਾਂਟ ਟੂ ਇਨਵੈਸਟੀਗੇਟ ਔਨ ਦ ਬੇਸਿਸ ਆਫ ਐਵੀਡੈਂਸ ਅਵੇਲੇਬਲ।
ਦੂਜਾ ਪੁਆਇੰਟ ਜਿਹੜਾ ਮੈਂ ਅਪੀਲ ਕਰਾਂਗਾ ਸਾਰੇ ਪੰਜਾਬੀਆਂ ਨੂੰ ਕਿ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਬਣਾ ਕੇ ਰੱਖਣਾ ਹੈ। ਅਸੀਂ ਪੰਜਾਬ ਹੈਜ਼ ਐਨ ਐਗਜ਼ੈਂਪਲਰੀ ਰਿਕਾਰਡ ਆਫ ਕਮਿਊਨਲ ਹਾਰਮਨੀ। ਸਿਚੁਏਸ਼ਨ ਇਨ ਅੰਮ੍ਰਿਤਸਰ ਇਜ਼ ਫੁੱਲੀ ਅੰਡਰ ਕੰਟਰੋਲ। ਅਕਿਊਜ਼ਡ ਹੈਜ਼ ਬੀਨ ਅਰੈਸਟਡ। ਕਿ ਡਿਊ ਟੂ ਦਿਸ ਇਨਸੀਡੈਂਟ ਅਸੀਂ ਸਾਰਿਆਂ ਨੂੰ ਇਕਜੁੱਟ ਹੋ ਕੇ ਪੰਜਾਬ ਦੀ ਜਿਹੜੀ ਹਾਰਡ ਅਰਨਡ ਪੀਸ ਹੈਗੀ ਉਸ ਨੂੰ ਮੇਨਟੇਨ ਕਰਨਾ ਹੈ। ਤੀਜਾ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਆਪਣੇ ਮੀਡੀਆ ਦੇ ਸੱਜਣਾਂ ਨੂੰ ਵੀ ਕਿ ਪਲੀਜ਼ ਅਵੋਇਡ ਰਿਊਮਰ ਮੌਂਗਰਿੰਗ ਪਲੀਜ਼। ਤਾਂ ਪੰਜਾਬ ਦੇ ਡੀਜੀਪੀ ਜਿਸ ਤਰੀਕੇ ਨਾਲ ਜਾਣਕਾਰੀ ਦੇ ਰਹੇ ਨੇ ਔਰ ਨਾਲ ਦੀ ਨਾਲ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਅਮਨ ਸ਼ਾਂਤੀ ਭਾਈਚਾਰਕ ਸਾਂਝ ਜਿਹੜੀ ਹੈ ਉਹ ਹਮੇਸ਼ਾ ਪੰਜਾਬ ਉਸ ਦੇ ਲਈ ਜਾਣਿਆ ਜਾਂਦਾ ਹੈ ਔਰ ਉਹ ਹੁਣ ਵੀ ਹਰ ਹਾਲਤ ਦੇ ਵਿੱਚ ਕਾਇਮ ਰਹਿਣੀ ਚਾਹੀਦੀ ਹੈ। ਪੁਲਿਸ ਇਸ ਨੂੰ ਲੈ ਕੇ ਪੂਰੀ ਕੋਸ਼ਿਸ਼ ਕਰੇਗੀ ਔਰ ਉਹਨਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਜੋ ਵੀ ਇਸ ਦੇ ਪਿੱਛੇ ਹੈ, ਚਾਹੇ ਕੋਈ ਆਰਗੇਨਾਈਜੇਸ਼ਨ ਹੈ ਇਸ ਦੇ ਪਿੱਛੇ, ਚਾਹੇ ਕੁਝ ਲੋਕ ਨੇ, ਕੋਈ ਇੰਡੀਵਿਜੂਅਲ ਹੈ, ਸਾਰੀ ਉਸ ਕਨਸਪੀਰੇਸੀ ਨੂੰ ਅਨਵੇਲ ਕੀਤਾ ਜਾਏਗਾ, ਉਸ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਰੱਖਿਆ ਜਾਏਗਾ ਔਰ ਉਹਨਾਂ ਵਿਅਕਤੀਆਂ ਨੂੰ ਅਰੈਸਟ ਵੀ ਕੀਤਾ ਜਾਏਗਾ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਜੇਕਰ ਕੋਈ ਇਸ ਦੇ ਪਿੱਛੇ ਹੈ ਤਾਂ। ਇਹ ਗੱਲ ਪੰਜਾਬ ਦੇ ਡੀਜੀਪੀ ਨੇ ਕਹੀ ਹੈ, ਭਰੋਸਾ ਦਿੱਤਾ ਹੈ ਔਰ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਲਈ ਪੰਜਾਬ ਦੇ ਡੀਜੀਪੀ ਰਵਾਨਾ ਹੋ ਗਏ ਨੇ। ਸੋ ਮੁਲਜ਼ਮ ਸੰਦੀਪ ਸਨੀ ਹੈ ਜਿਸ ਨੂੰ ਅਰੈਸਟ ਕਰ ਲਿਆ ਗਿਆ ਮੌਕੇ ਤੇ ਹੀ, ਜਿਸ ਨੇ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਇਹ ਅਟੈਕ ਕੀਤਾ ਸੀ ਔਰ ਪੁਲਿਸ ਦੇ ਕਈ ਅਧਿਕਾਰੀ ਜਿਹੜੇ ਸੀ, ਕਈ ਸੀਨੀਅਰ ਪੱਧਰ ਦੇ ਅਧਿਕਾਰੀ ਉਸ ਮੌਕੇ ਤੇ ਨਜ਼ਰ ਵੀ ਆ ਰਹੇ ਨੇ ਜਿਹੜੇ ਗੱਲਬਾਤ ਕਰ ਰਹੇ ਸੀ ਉਸ ਵੇਲੇ ਸੂਰੀ ਜਾਂ ਸੂਰੀ ਦੇ ਸਮਰਥਕਾਂ ਦੇ ਨਾਲ ਔਰ ਇਸ ਵਿਚਾਲੇ ਹੀ ਅਟੈਕ ਹੋ ਜਾਂਦਾ ਹੈ, ਗੋਲੀਆਂ ਚਲਾਈਆਂ ਜਾਂਦੀਆਂ ਔਰ ਫਿਰ ਉਹ ਸ਼ਖਸ ਭੱਜ ਕੇ ਸਾਹਮਣੇ ਇੱਕ ਘਰ ਹੈ ਉਸ ਘਰ ਦੇ ਵਿੱਚ ਵੜ ਜਾਂਦਾ ਹੈ ਔਰ ਉੱਥੇ ਪੁਲਿਸ ਉਸ ਸ਼ਖਸ ਨੂੰ ਅਰੈਸਟ ਕਰ ਲੈਂਦੀ ਹੈ, ਅਰੈਸਟ ਕਰਕੇ ਲੈ ਜਾਂਦੀ ਹੈ। ਪੁਲਿਸ ਕਰਮੀ ਉਸ ਸ਼ਖਸ ਦੇ ਪਿੱਛੇ ਭੱਜਦੇ ਨੇ, ਜਦੋਂ ਉਹ ਘਰ ਨੂੰ ਭੱਜਦਾ ਉਸ ਦਾ ਵੀ ਵੀਡੀਓ ਸਾਹਮਣੇ ਆਇਆ। ਸ਼ਿਵ ਸੈਨਾ ਟਕਸਾਲੀ ਦੇ ਆਗੂ ਸੁਧੀਰ ਸੂਰੀ ਤੇ ਅਟੈਕ ਹੋਇਆ। ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੇੜਿਓਂ ਗੋਲੀਆਂ ਮਾਰੀਆਂ ਗਈਆਂ ਨੇ, ਫਾਇਰ ਕੀਤੇ ਗਏ ਨੇ, ਹਮਲਾਵਰ ਨੂੰ ਕਾਬੂ ਕਰ ਲਿਆ। ਇਹਨਾਂ 5 ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਨੂੰ ਪੂਰਾ ਘਟਨਾਕ੍ਰਮ ਜਿਹੜਾ ਹੈ ਉਹ ਸਮਝਾ ਰਹੇ ਹਾਂ। ਕਤਲ ਤੋਂ ਬਾਅਦ ਹੰਗਾਮਾ ਕੀਤਾ ਗਿਆ, ਉੱਥੇ ਮੌਜੂਦ ਲੋਕਾਂ ਵੱਲੋਂ ਗੱਡੀ ਭੰਨ ਦਿੱਤੀ ਗਈ ਤੇ ਉਸ ਤੋਂ ਬਾਅਦ ਪੁਲਿਸ ਨੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। 5 ਤਸਵੀਰਾਂ ਸੁਧੀਰ ਸੂਰੀ ਦਾ ਕਤਲ ਹੁੰਦਾ ਹੈ, ਪਹਿਲਾਂ ਗੋਲੀਆਂ ਤਾਬੜਤੋੜ ਫਾਇਰ ਕੀਤੇ ਜਾਂਦੇ ਨੇ, 5 ਗੋਲੀਆਂ ਚਲਾਈਆਂ ਜਾਂਦੀਆਂ ਨੇ, ਮਰਡਰ ਕਰ ਦਿੱਤਾ ਜਾਂਦਾ ਹੈ। ਪੁਲਿਸ ਉਸ ਮੌਕੇ ਤੇ ਹਮਲਾਵਰ ਨੂੰ ਤੁਰੰਤ ਫੜ ਲੈਂਦੀ ਹੈ। ਕਤਲ ਤੋਂ ਬਾਅਦ ਹੰਗਾਮਾ ਹੁੰਦਾ, ਇੱਕ ਗੱਡੀ ਭੰਨੀ ਜਾਂਦੀ ਹੈ ਤੇ ਉਸ ਤੋਂ ਬਾਅਦ ਡੀਜੀਪੀ ਹੁਣ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਆ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਦੇ ਜ਼ਰੀਏ। ਸੋ ਇਹ ਪੂਰਾ ਘਟਨਾਕ੍ਰਮ ਹੈ ਜਿਹੜਾ ਅੱਜ ਦੁਪਹਿਰ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਵਾਪਰਿਆ ਹੈ, ਜਿਸ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ, ਕਿਉਂਕਿ ਜਿਸ ਵੇਲੇ ਘਟਨਾ ਵਾਪਰੀ ਉਸ ਵੇਲੇ ਪੁਲਿਸ ਅਧਿਕਾਰੀ ਉੱਥੇ ਮੌਜੂਦ ਸਨ ਔਰ ਪੁਲਿਸ ਅਧਿਕਾਰੀ ਸੁਧੀਰ ਸੂਰੀ ਦੇ ਨਾਲ ਗੱਲਬਾਤ ਕਰ ਰਹੇ ਸੀ। ਸੁਧੀਰ ਸੂਰੀ ਦੇ ਜਿਹੜੇ ਸਮਰਥਕ ਸੀ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਔਰ ਇੰਨੇ 'ਚ ਹੀ ਇੱਕ ਸ਼ਖਸ ਉੱਥੇ ਗੋਲੀਆਂ ਚਲਾ ਦਿੰਦਾ ਹੈ ਔਰ ਸੁਧੀਰ ਸੂਰੀ ਨੂੰ ਗੋਲੀਆਂ ਲੱਗਦੀਆਂ ਨੇ ਔਰ ਸੁਧੀਰ ਸੂਰੀ ਦੀ ਮੌਤ ਹੋ ਜਾਂਦੀ ਹੈ। ਤੇ ਮੁਲਜ਼ਮ ਦੀ ਗੱਡੀ ਦੇ ਵਿੱਚੋਂ ਜਿਹੜੀਆਂ ਨਿਊਜ਼ ਕਟਿੰਗਸ ਮਿਲੀਆਂ ਨੇ ਉਹ ਵੀ ਕਾਫੀ ਸਵਾਲ ਜਿਹੜੇ ਨੇ ਖੜੇ ਕਰ ਰਹੀਆਂ ਨੇ। ਸਿੱਖ ਧਰਮ ਵਿਰੋਧੀ ਗਤੀਵਿਧੀਆਂ ਦਾ ਜ਼ਿਕਰ ਹੈ ਉਹਨਾਂ ਨਿਊਜ਼ ਕਟਿੰਗਸ ਦੇ ਵਿੱਚ। ਹੋਰ ਬਹੁਤ ਸਾਰੇ ਲੋਕਾਂ ਦੀਆਂ ਤਸਵੀਰਾਂ ਨੇ ਉਸ ਦੇ ਵਿੱਚ। ਗੁਰਮੀਤ ਰਾਮ ਰਹੀਮ ਦੀਆਂ ਖਬਰਾਂ ਦੀ ਕਟਿੰਗ ਹੈ, ਕੁਝ ਹੋਰ ਨਾਮੀ ਲੋਕਾਂ ਦੀ ਤਸਵੀਰ ਹੈ ਜੋ ਉਸ ਗੱਡੀ ਦੇ ਵਿੱਚ ਜੋ ਮਟੀਰੀਅਲ ਪਿਆ ਸੀ ਉਹ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲਿਆ। ਇਹ ਉਸ ਮੌਕੇ ਦੀਆਂ ਤਸਵੀਰਾਂ ਨੇ। ਨਿਊਜ਼ 18 ਦੇ ਪੱਤਰਕਾਰ ਜਿਹੜੇ ਉਸ ਮੌਕੇ ਤੇ ਮੌਜੂਦ ਸੀ, ਰਾਜੀਵ ਸ਼ਰਮਾ, ਉਹਨਾਂ ਵੱਲੋਂ ਇਹਨਾਂ ਤਸਵੀਰਾਂ ਨੂੰ ਆਪਣੇ ਕੈਮਰੇ 'ਚ ਕੈਦ ਕੀਤਾ ਗਿਆ ਜਦੋਂ ਪੁਲਿਸ ਇਹ ਗੱਡੀ ਨੂੰ ਖੰਗਾਲ ਰਹੀ ਸੀ ਔਰ ਉਸ ਗੱਡੀ ਦੇ ਵਿੱਚੋਂ ਇਹ ਕਟਿੰਗਸ ਮਿਲੀਆਂ ਨੇ ਜੋ ਫੋਟੋ ਸਟੇਟ ਕਾਪੀ ਨੇ। ਕੁਝ ਪੁਰਾਣੀਆਂ ਖਬਰਾਂ ਦੀਆਂ, ਕੁਝ ਅਜਿਹੇ ਆਗੂਆਂ ਦੀਆਂ ਤਸਵੀਰਾਂ ਨੇ ਜਿਨ੍ਹਾਂ ਦਾ ਜ਼ਿਕਰ ਇਹਨਾਂ ਖਬਰਾਂ ਦੇ ਵਿੱਚ ਕੀਤਾ ਗਿਆ ਸੀ ਔਰ ਇਹ ਤਸਵੀਰਾਂ ਉਸ ਗੱਡੀ 'ਚੋਂ ਬਰਾਮਦ ਹੋਈਆਂ ਨੇ ਜਿਹੜੀ ਗੱਡੀ ਇਸ ਹਮਲੇ ਤੋਂ ਬਾਅਦ ਲੋਕਾਂ ਵੱਲੋਂ ਭੰਨੀ ਗਈ ਸੀ।
ਤਾਂ ਸ਼ਿਵ ਸੈਨਾ ਟਕਸਾਲੀ ਵੱਲੋਂ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ ਗਿਆ ਇਸ ਘਟਨਾ ਦੇ ਵਿਰੋਧ ਦੇ ਵਿੱਚ ਔਰ ਸ਼ਨੀਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ। ਉਹਨਾਂ ਕਿਹਾ ਕਿ ਸੂਰੀ ਦੇ ਕਤਲ ਦੇ ਵਿਰੋਧ ਦੇ ਵਿੱਚ ਪੰਜਾਬ ਬੰਦ ਰਹੇਗਾ। ਹਸਪਤਾਲ ਦੇ ਬਾਹਰ ਇਸ ਵੇਲੇ ਧਰਨੇ ਤੇ ਬੈਠੇ ਨੇ ਸ਼ਿਵ ਸੈਨਾ ਟਕਸਾਲੀ ਦੇ ਜਿਹੜੇ ਕਾਰਕੁਨ ਨੇ, ਉਹਨਾਂ ਵੱਲੋਂ ਧਰਨਾ ਲਾਇਆ ਗਿਆ ਔਰ ਹਮਲੇ ਤੋਂ ਬਾਅਦ ਇਸ ਹਸਪਤਾਲ ਦੇ ਵਿੱਚ ਸੁਧੀਰ ਸੂਰੀ ਨੂੰ ਲਿਆਂਦਾ ਗਿਆ ਸੀ। ਉਸੇ ਹਸਪਤਾਲ ਦੇ ਬਾਹਰ ਜਿਹੜੇ ਸ਼ਿਵ ਸੈਨਾ ਟਕਸਾਲੀ ਦੇ ਕਾਰਕੁਨ ਨੇ ਉਹ ਬੈਠੇ ਨੇ ਔਰ पंजाब बंद की कॉल उन्हां वल्लों दित्ती गई है। दुख के साथ आप सभी भाई बहनों को बताना पड़ रहा है, हमारे बब्बर शेर सुधीर कुमार सूरी जी जो आज इस दुनिया में नहीं रहे। पंजाब की गंदी राजनीति का उन्हें अपनी जान देकर पंजाब की गंदी राजनीति का हिस्सा बनाया गया। बार बार प्रशासन से मांग की गई कि उनकी सुरक्षा बढ़ाई जाए, उनकी जान को खतरा है, लेकिन प्रशासन आज जब ये वाक़या हुआ उस समय 15 गनमैन उनके मौजूद थे। मौके पर SHO मौजूद था, मौके पर डिप्टी साहब मौजूद थे, लेकिन उस व्यक्ति ने सुधीर सूरी पर हमला किया। मैं आपके चैनल के माध्यम रही ये पूछना चाहता हूँ, यदि एक आदमी के पास इतनी सिक्योरिटी है, मौके पर पुलिस मौजूद है, यदि वह व्यक्ति सुरक्षित नहीं है और हम और आप कैसे सुरक्षित हो सकते हैं? पंजाब में हिंदुओं की दुर्दशा इतनी बुरी हो गई है कि पंजाब में हिंदुओं को दिन दिहाड़े गोली मारकर मार दिया जाता है। पंजाब में हिंदू सुरक्षित नहीं है। अमृतपाल नाम का एक नौजवान जिसका काम खालिस्तान को बढ़ावा देना है, पंजाब का माहौल खराब करना है, उसने पंजाब का ऐसा माहौल खराब किया कि सुधीर कुमार सूरी जी को अपनी जान देकर इस बड़े दुख के साथ आप सभी भाई बहनों को बताना पड़ रहा है, हमारे बब्बर शेर सुधीर कुमार सूरी जी जो आज इस दुनिया में नहीं रहे। पंजाब की गंदी राजनीति का उन्हें अपनी जान देकर पंजाब की गंदी राजनीति का हिस्सा बनाया गया। बार बार प्रशासन से मांग की गई कि उनकी सुरक्षा बढ़ाई जाए, उनकी जान को खतरा है, लेकिन प्रशासन आज जब ये वाक़या हुआ उस समय 15 गनमैन उनके मौजूद थे। मौके पर SHO मौजूद था, मौके पर डिप्टी साहब मौजूद थे, लेकिन उस व्यक्ति ने सुधीर सूरी पर हमला किया। मैं आपके चैनल के माध्यम रही ये पूछना चाहता हूँ, यदि एक आदमी के पास इतनी सिक्योरिटी है, मौके पर पुलिस मौजूद है, यदि वह व्यक्ति सुरक्षित नहीं है और हम और आप कैसे सुरक्षित हो सकते हैं? पंजाब में हिंदुओं की दुर्दशा इतनी बुरी हो गई है कि पंजाब में हिंदुओं को दिन दिहाड़े गोली मारकर मार दिया जाता है। पंजाब में हिंदू सुरक्षित नहीं है। अमृतपाल नाम का एक नौजवान जिसका काम खालिस्तान को बढ़ावा देना है, पंजाब का माहौल खराब करना है, उसने पंजाब का ऐसा माहौल खराब किया कि सुधीर कुमार सूरी जी को ਤਾਂ ਸ਼ਿਵ ਸੈਨਾ ਟਕਸਾਲੀ ਵੱਲੋਂ ਧਰਨਾ ਦਿੱਤਾ ਗਿਆ ਹੈ। ਧਰਨੇ ਤੇ ਬੈਠੇ ਨੇ ਔਰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਸ਼ਿਵ ਸੈਨਾ ਟਕਸਾਲੀ ਵੱਲੋਂ ਕਿ ਸੂਰੀ ਦੇ ਕਤਲ ਦੇ ਵਿਰੋਧ ਦੇ ਵਿੱਚ ਪੰਜਾਬ ਬੰਦ ਰੱਖਿਆ ਜਾਏਗਾ। ਇਹ ਜਿਹੜੇ ਸ਼ਿਵ ਸੈਨਾ ਟਕਸਾਲੀ ਦੇ ਕਾਰਕੁਨ ਨੇ ਉਹਨਾਂ ਵੱਲੋਂ ਇਹ ਕਾਲ ਦਿੱਤੀ ਗਈ ਔਰ ਇਸ ਵੇਲੇ ਜੋ ਹਸਪਤਾਲ ਹੈ ਜਿੱਥੇ ਸੁਧੀਰ ਸੂਰੀ ਨੂੰ ਲਿਜਾਇਆ ਗਿਆ ਸੀ, ਤੁਰੰਤ ਗੋਲੀ ਲੱਗਣ ਤੋਂ ਬਾਅਦ ਉਸ ਹਸਪਤਾਲ ਦੇ ਬਾਹਰ ਧਰਨੇ ਤੇ ਬੈਠ ਗਏ ਸਨ। ਇਹ ਸੂਰੀ ਸਾਹਿਬ ਸੀਗੇ, ਬੜੇ ਵਿਵਾਦਾਂ ਦੇ ਵਿੱਚ ਇਹਨਾਂ ਦਾ ਜਿਹੜਾ ਪਿਛੋਕੜ ਰਿਹਾ ਹੈ, ਵੱਖਰੇ ਵੱਖਰੇ ਖਿੱਤੇ ਦੇ ਬੜੇ ਚੁਭਵੇਂ ਤੇ ਬੜੇ ਖਿਲਾਫ ਬਿਆਨ ਦੇਣੇ, ਇਹ ਇਹਨਾਂ ਦਾ ਅਕਸਰ ਵਰਤਾਰਾ ਰਿਹਾ ਹੈ। ਪਰ ਪੰਜਾਬ ਦੀ ਧਰਤੀ ਇਹ ਕਦੇ ਬਰਦਾਸ਼ਤ ਨਹੀਂ ਕਰੂਗੀ ਕਿ ਕਿਸੇ ਦਾ ਮਰਡਰ ਤੱਕ ਗੱਲ ਪਹੁੰਚ ਜੇ। ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੀ ਫਿਕਰਮੰਦੀ, ਮੌਜੂਦਾ ਸਰਕਾਰ ਦੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ ਨਾ ਕਰਨਾ, ਇਹ ਪਹਿਲਾਂ ਹੀ ਫਿਕਰਮੰਦੀ ਵਾਲੀ ਗੱਲ ਦਿਸ ਰਹੀ ਸੀ। ਔਰ ਬਾਰ-ਬਾਰ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਆਗਰਾ ਕਰਦੇ ਸੀ ਕਿ ਜਿਵੇਂ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਲਾ ਕੇ ਉਸ ਤੋਂ ਬਾਅਦ ਕਿੰਨੇ ਮਰਡਰ, ਕਿੰਨੇ ਡਕੈਤੀਆਂ, ਕਿੰਨਾ ਪੰਜਾਬ ਦਾ ਜਿਹੜਾ ਮਾਹੌਲ ਆ ਇੱਕ ਡਰ ਤੇ ਸਹਿਮ ਵਾਲਾ ਬਣਿਆ ਪਿਆ। ਅੱਜ ਉਸੇ ਦਾ ਹੀ ਮੈਂ ਸਮਝਦਾ ਨਤੀਜਾ ਇਹ ਜਿਹੜਾ ਸਾਹਮਣੇ ਆਇਆ। ਇਸ ਕਰਕੇ ਪੰਜਾਬ ਸਰਕਾਰ ਨੂੰ, ਪੰਜਾਬ ਦੇ ਮੁੱਖ ਮੰਤਰੀ ਨੂੰ, DGP ਨੂੰ ਇਸ ਗੱਲ ਦੇ ਵਿੱਚ ਸਤਰਕ ਹੋਣਾ ਚਾਹੀਦਾ ਹੈ। ਪੰਜਾਬ ਦੇ ਵਿੱਚ ਭਾਈਚਾਰਾ ਕਿਸੇ ਕੀਮਤ ਤੇ ਟੁੱਟਣਾ ਨਹੀਂ ਚਾਹੀਦਾਗਾ। ਇਸ ਕਰਕੇ ਇਸ ਦੀ ਜ਼ਿੰਮੇਵਾਰੀ DGP ਤੇ ਪੰਜਾਬ ਜਿਹੜਾ ਉਹਨੂੰ ਰੱਬ ਭਰੋਸੇ ਛੱਡਤਾ ਇਹਨਾਂ ਨੇ ਔਰ ਪੰਜਾਬੀ ਜਿਹੜੇ ਹੈ ਉਹ ਪੂਰੀ ਤਰ੍ਹਾਂ ਨਾਲ ਅੱਜ ਅਸੁਰੱਖਿਅਤ ਅਨੁਭਵ ਕਰ ਰਹੇ ਨੇ। ਇਹਦੇ ਲਈ ਮਾਨ ਸਾਹਿਬ ਜਿਹੜੇ ਨੇ
ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬੀਆਂ ਨੂੰ ਜਵਾਬ ਦੇਣਾ ਪਏਗਾ। ਅੱਜ ਜਿਹੜਾ ਇਨਸੀਡੈਂਟ ਘਟਿਆ ਪੁਲਿਸ ਦੀ ਮੌਜੂਦਗੀ ਦੇ ਅੰਦਰ 5 ਗੋਲੀਆਂ ਚਲਾ ਕੇ ਸ਼ਿਵ ਸੈਨਾ ਨੇਤਾ ਦੀ ਹੱਤਿਆ ਕਰ ਦਿੱਤੀ ਜਾਏ, ਪੁਲਿਸ ਕੀ ਕਰ ਰਹੀ ਸੀ? ਪੁਲਿਸ ਤਾਂ ਬਾਅਦ ਚ ਜਿਹੜੇ ਲੋਕਾਂ ਨੇ ਉਹਨੂੰ ਫੜਿਆ ਹੈ ਉਹਨੂੰ ਬਚਾਉਣ ਲਈ ਪੁਲਿਸ ਨੇ ਘੇਰਾ ਪਾਇਆ ਤੇ ਉਹਨੂੰ ਬਚਾ ਕੇ ਲੈ ਕੇ ਗਏ। ਨਾਲੇ ਮੇਰੇ ਕੋਲ ਜਿਹੜੀ ਜਾਣਕਾਰੀ ਹੈ ਕਿ ਪਹਿਲਾਂ ਹੀ ਪੰਜਾਬ ਪੁਲਿਸ ਨੂੰ ਅਲਰਟ ਦਿੱਤਾ ਗਿਆ ਸੀ ਕਿ ਇੱਥੇ ਇਸ ਪ੍ਰਕਾਰ ਦਾ ਪੰਜਾਬ 'ਚ ਕੋਈ ਇਨਸੀਡੈਂਟ ਹੋ ਸਕਦਾ ਹੈ ਜਿਹੜਾ ਪੰਜਾਬ ਦੇ ਅਮਨ ਤੇ ਸ਼ਾਂਤੀ ਨੂੰ ਭੰਗ ਕਰਨ ਵਾਲੀਆਂ ਜਿਹੜੀਆਂ ਤਾਕਤਾਂ ਨੇ ਉਹ ਇਹਦਾ ਟਾਰਗੇਟ ਕਰਕੇ ਕਿਲਿੰਗ ਕਰ ਸਕਦੀਆਂ ਤੇ ਸਰਕਾਰ ਫਿਰ ਵੀ ਬਈ ਮੈਂ ਮਹਿਸੂਸ ਕਰਦਾ ਹਾਂ ਕਿ ਭਗਵੰਤ ਮਾਨ ਦੀ ਸਰਕਾਰ ਨਾਕਾਮਯਾਬ ਫੇਲ ਹੈ, ਨਖਿੱਧ ਹੈ ਔਰ ਪੰਜਾਬ ਪੂਰੀ ਤਰ੍ਹਾਂ ਦੇ ਨਾਲ ਗੈਂਗਸਟਰਵਾਦ ਚ ਡੁੱਬਿਆ ਪਿਆ ਹੈ। ਕਤਲੋ ਗਰਦ ਹੋ ਰਹੀ ਹੈ, ਲੁੱਟਾਂ ਖੋਹਾਂ ਹੋ ਰਹੀਆਂ ਔਰ ਇਹ ਅੱਜ ਸੂਰੀ ਦੇ ਉੱਪਰ ਜਿਹੜਾ ਹਮਲਾ ਹੋਇਆ ਇਹ ਗੱਲ ਦਰਸਾਉਂਦਾ ਹੈ ਕਿ ਇੱਕ ਪਾਸੇ ਪੰਜਾਬ ਅੱਗ ਦੀ ਲਪੇਟ 'ਚ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੀਰੋ, ਮੈਂ ਰੋਜ਼ ਹੀ ਕਹਿੰਦਾ ਕਿ ਗੁਜਰਾਤ 'ਚ ਜਾ ਕੇ ਬੰਸਰੀ ਵਜਾਉਂਦਾ ਫਿਰਦਾ ਔਰ ਉਹਨੂੰ ਪੰਜਾਬ ਦਾ ਫਿਕਰ ਨਹੀਂ। ਪੰਜਾਬ ਅੱਗ ਦੀ ਲਪੇਟ 'ਚ ਹੈ। ਅੱਜ ਜਿਹੜਾ ਸੂਰੀ ਦੇ ਉੱਪਰ ਹਮਲਾ ਹੋਇਆ ਔਰ ਮੈਂ ਸਮਝਦਾ ਇਹ ਸਰਕਾਰ ਦੋਸ਼ੀ ਹੈ ਔਰ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ। ਪੰਜਾਬ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਨੇ, ਕਾਨੂੰਨ ਵਿਵਸਥਾ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ ਔਰ ਬਦਕਿਸਮਤੀ ਨਾਲ ਮੁੱਖ ਮੰਤਰੀ ਸਾਹਿਬ ਜੋ ਕਿ ਗ੍ਰਹਿ ਮੰਤਰੀ ਵੀ ਨੇ ਪੰਜਾਬ ਦੇ, ਉਹ ਇਸ ਕਾਨੂੰਨ ਵਿਵਸਥਾ ਦੀ ਵਿਗੜੀ ਹਾਲਤ ਨੂੰ ਰੋਕਣ 'ਚ ਬਿਲਕੁਲ ਫੇਲ ਸਾਬਿਤ ਹੋਏ ਨੇ। ਮੇਰੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਾ ਬਹੁਤ ਕੁਰਬਾਨੀਆਂ ਤੋਂ ਬਾਅਦ ਹਜ਼ਾਰਾਂ ਪੰਜਾਬੀਆਂ ਨੇ ਆਪਣੀ ਜਾਨ ਦੇ ਕੇ ਵਾਪਸ ਲਈ ਹੈ ਔਰ ਜਿਸ ਪ੍ਰਕਾਰ ਨਾਲ ਪੰਜਾਬ ਦੇ ਹਾਲਾਤ ਲਗਾਤਾਰ ਵਿਗੜ ਰਹੇ ਨੇ ਔਰ ਤੁਸੀਂ ਵਿਸਲੇ ਬਣ ਕੇ ਬੈਠੇ ਹੋ, ਕੁੰਭਕਰਨੀ ਨੀਂਦ ਸੁੱਤੇ ਹੋਏ ਹੋ, ਸਵਾਏ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਚਮਕਾਉਣ ਲਈ ਹਿੰਦੁਸਤਾਨ ਦੇ ਦੌਰੇ ਕਰਨ ਤੋਂ ਇਲਾਵਾ ਤੁਹਾਡਾ ਪੰਜਾਬ ਵੱਲ ਕੋਈ ਧਿਆਨ ਨਹੀਂ ਹੈ। ਕਿਰਪਾ ਕਰਕੇ ਜਾਗੋ ਨੀਂਦ ਤੋਂ। ਅੱਜ ਸਾਰਾ ਪੰਜਾਬ ਚਿੰਤਿਤ ਹੈ, ਸਾਰਾ ਪੰਜਾਬ ਪਰੇਸ਼ਾਨ ਹੈ ਪੰਜਾਬ ਦੇ ਇਹਨਾਂ ਘਟਨਾਕ੍ਰਮ ਤੋਂ। ਸੋ ਮੁੱਖ ਮੰਤਰੀ ਸਾਹਿਬ ਕਿਰਪਾ ਕਰਕੇ ਜਾਗੋ, ਆਪਣਾ ਫਰਜ਼ ਜੋ ਪੰਜਾਬ ਦੇ ਪ੍ਰਤੀ ਤੁਹਾਡਾ ਫਰਜ਼ ਹੈ ਮੁੱਖ ਮੰਤਰੀ ਦੇ ਨਾਤੇ, ਗ੍ਰਹਿ ਮੰਤਰੀ ਦੇ ਨਾਤੇ, ਉਹਨੂੰ ਨਿਭਾਓ